अस्सलामुअलैकुम जी नाज़रीन, अज के विलाग दे विच थाना मामू कांजण की हदूद के इलाके दे विच 497 पिंड आ उत्थे एक सका दादा जिहड़ा अपने दो पोतियां नूं मुबैना तौर दे उत्ते टोकियां दे वार करके मार दिंदा। ਉਹਦੀ ਮੁਕੰਮਲ ਤਫਸੀਲਾਤ ਕਿ ਅੱਜ ਦਾ ਦੌਰ ਇਸ ਤਰ੍ਹਾਂ ਦਾ ਕਿ ਖੂਨ ਜਿਹੜਾ ਸਫੈਦ ਹੋ ਗਿਆ ਕਿ ਦਾਦਾ ਜਿਹੜਾ ਉਹਨੂੰ ਪੋਤੇ ਜਿਹੜੇ ਨੇ ਬਹੁਤ ਪਿਆਰੇ ਹੁੰਦੇ ਨੇ, ਆਪਣੇ ਪੁੱਤਰਾਂ ਨਾਲੋਂ ਵੀ ਜ਼ਿਆਦਾ ਪਿਆਰੇ ਹੁੰਦੇ ਨੇ, ਲੇਕਿਨ ਉਹਦੀ ਕੀ ਵਜ੍ਹਾ ਬਣੀ, ਇਹਨੂੰ ਐਸੀ ਕਿਹੜੀ ਮਜਬੂਰੀ ਸੀ ਕਿ ਉਹਨੇ ਦੋ ਪੋਤੇ ਜਿਨ੍ਹਾਂ ਨੇ ਹਜੇ ਜਵਾਨ ਹੋਣਾ ਸੀ, ਫਿਊਚਰ ਦੇ ਵਿੱਚ ਆਪਣਾ ਮੁਸਤਕਬਲ ਬਣਾਉਣਾ ਸੀ, ਤੇ ਉਹਨਾਂ ਨੂੰ ਮੁਬੈਨਾ ਤੌਰ ਦੇ ਉੱਤੇ ਟੋਕਿਆਂ ਦੇ ਵਾਰ ਕਰਕੇ ਮਾਰ ਦਿੰਦਾ। ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਵਾਕਿਆ ਜਿਹੜਾ फैसलाबाद की तहसील आ मामू कांजण दे नाल ही आए पिंड 497 गाहबे। उत्थे एक फैमिली रहिंदी आ, उस फैमिली दे सरबराह दा नाम है शाह मुहम्मद की जिहड़ी उम्र आ तकरीबन 60-65 साल दसी जा रही आ। शाह मुहम्मद की बीवी का नाम आ आयशा जिहदी उम्र को 50-55 साल आ। इन्हां दा एक बेटा जिहड़ा दुबई गया दर्जियां दा काम करदा है, दुबई अपनी रोजी रोटी की खातर बच्चों नूं पालने की खातर बाहर गया होया, और जिहड़ा बच्चा बाहर गया उहदी बीवी का नाम आ हुमैरा। अल्लाह ताला ने इन्हां नूं 4 बच्चे दिते हुमैरा नूं, जिहदे विचों 2 बेटे और 2 बेटियां। ਇਹਦੇ ਵਿੱਚ बेटा ਜਿਹੜਾ 5 साल ਦਾ अदील और 7 साल ਦਾ नबील, ਇਹ 2 ਬੱਚੇ ਆ ਤੇ ਇਹਨਾਂ 2 ਬੱਚਿਆਂ ਦੇ ਨਾਲ ਇਹ ਵਕੂਆ ਪੇਸ਼ ਆਇਆ। मैं सोशल मीडिया ते देख रहा सी कि इहदे नाना दा इंटरव्यू चल रहा सी बच्चों दे दा। वो दस रहा कि असी 10 नंबर गली दे विच रहिंदे आ ते इह 5 नंबर गली दे विच गौसिया कलोनी दे विच ਰਹਿੰਦੇ ਨੇ। ਤੇ ਜਦੋਂ ਸਾਨੂੰ ਖਬਰ ਮਿਲੀ ਅਸੀਂ ਮੌਕੇ ਤੇ ਪਹੁੰਚੇ। ਉਹ ਦੱਸ ਰਿਹਾ ਸੀ ਕਿ ਮਗਰਬ ਦੀ ਨਮਾਜ਼ ਤੋਂ ਬਾਅਦ ਦਾਦਾ ਇਹਨਾਂ ਦੋਨਾਂ ਪੋਤਿਆਂ ਨੂੰ ਲੈ ਕੇ ਗਿਆ, ਮੋਟਰਸਾਈਕਲ ਦੇ ਉੱਤੇ ਬਿਠਾ ਕੇ, ਔਰ ਚੀਜ਼ ਵਗੈਰਾ ਉਹਨਾਂ ਨੂੰ ਲੈ ਕੇ ਦੇ ਕੇ ਆਇਆ। ਉਸ ਤੋਂ ਬਾਅਦ ਘਰ ਲਿਆ ਕੇ ਇਹਨੇ ਮੋਟਰਸਾਈਕਲ ਅੰਦਰ ਖੜੀ ਕਰ ਦਿੱਤੀ। ਤੇ ਉਸ ਤੋਂ ਬਾਅਦ ਇਹ ਘਰ ਦੇ ਵਿੱਚ ਬੜਾ ਸਖਤ ਤਬੀਅਤ ਦਾ ਬੰਦਾ ਸੀ, ਕੌਮ ਇਹਨਾਂ ਦੀ ਰਾਈਆਂ ਹੈ, ਇਹ ਜ਼ਰਾ ਅਹਿਲ ਹਦੀਸ ਟਾਈਪ ਬੰਦਾ ਸੀ, ਅਹਿਲ ਹਦੀਸ ਸੀ ਪੱਕਾ। ਤੇ ਘਰ ਦੇ ਵਿੱਚ ਮੋਬਾਈਲ ਨੇ ਸੀ ਰੱਖਣ ਦਿੰਦਾ, ਤੇ ਇੱਕ ਮੋਬਾਈਲ ਰੱਖਿਆ ਹੋਇਆ ਸੀ ਜਿਹੜਾ ਸਿਰਫ ਉਹ ਬੱਚਾ ਜਿਹੜਾ ਦੁਬਈ ਗਿਆ ਸੀ ਉਹਦੇ ਨਾਲ ਗੱਲਬਾਤ ਉਹਦੇ ਮੋਬਾਈਲ ਦੇ ਉੱਤੇ ਕਰਦੇ ਸੀ, ਕਿਉਂਕਿ ਜਿਹੜਾ ਬੰਦਾ ਬਾਹਰ ਗਿਆ ਹੋਇਆ ਉਹਦੇ ਨਾਲ ਗੱਲਬਾਤ ਕਰਨ ਵਾਸਤੇ ਮੋਬਾਈਲ ਜਿਹੜਾ ਰੱਖਣਾ ਜ਼ਰੂਰੀ ਹੈ ਅੱਜ ਦੇ ਦੌਰ 'ਚ। ਲੇਕਿਨ ਇਹ ਕੋਈ ਸਖਤ ਤਬੀਅਤ ਦਾ ਬੰਦਾ ਸੀ, ਮੋਬਾਈਲ ਵੀ ਨਹੀਂ ਸੀ ਰੱਖਣ ਦਿੰਦਾ। ਉਹ ਜਿਹੜਾ ਇੱਕ ਮੋਬਾਈਲ ਰੱਖਿਆ ਸੀ ਉਹ ਬੱਚੇ ਜਿਹੜੇ ਨੇ ਕਿਤੇ ਫੜ ਫੁੜ ਲੈਂਦੇ, ਯਾਨੀ ਦੇਖਣ ਲੱਗ ਪੈਂਦੇ। ਅੱਜ ਦਾ ਦੌਰ ਹੀ ਇਹੋ ਜਿਹਾ, ਬੱਚੇ ਜਿਹੜੇ ਨੇ ਮੋਬਾਈਲ ਵੇਖਦੇ ਨੇ, ਹਟਦੇ ਨਹੀਂ ਹੈਗੇ। ਇਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਕਿਸੇ ਵਜ੍ਹਾ ਤੋਂ ਉਹਨੇ ਮਨਾ ਕੀਤਾ, ਹੋ ਸਕਦਾ ਮੋਬਾਈਲ ਨਾ ਦੇਖੋ ਇਹ ਉਹਨੇ ਕਿਹਾ ਹੋਵੇ ਜਾਂ ਕੋਈ ਕੰਮ ਕਿਹਾ ਹੋਵੇ, ਯਾਨੀ ਉਹਨਾਂ ਨੇ ਬੱਚਿਆਂ ਨੇ ਇਹਦਾ ਕਹਿਣਾ ਨਹੀਂ ਮੰਨਿਆ। ਜਿਸ ਵੇਲੇ ਕਹਿਣਾ ਨਹੀਂ ਮੰਨਿਆ ਤੇ ਇਹ ਬੱਚਿਆਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ, ਔਰ ਇੱਕ ਟੋਕਾ ਕੱਢਦਾ, ਮੁਬੈਨਾ ਤੌਰ ਦੇ ਉੱਤੇ ਟੋਕਿਆਂ ਦੇ ਵਾਰ ਕਰਕੇ ਦੋਨਾਂ ਬੱਚਿਆਂ ਦੇ ਗਲੇ ਜਿਹੜਾ ਉਹ ਕੱਟ ਦਿੰਦਾ। ਉਸ ਤੋਂ ਬਾਅਦ ਇਹਦੀ ਬੀਵੀ ਜਿਹੜੀ ਆ ਆਇਸ਼ਾ ਇਹਦੇ ਕੋਲ ਆਉਂਦੀ ਆ ਦੌੜ ਕੇ, ਔਰ ਉਹਨੂੰ ਛਡਾਉਣ ਲੱਗਦੀ ਆ। ਇਹ ਵੀ ਮੁਬੈਨਾ ਤੌਰ ਦੇ ਉੱਤੇ ਉਹਦੇ ਉੱਤੇ ਹਮਲਾ ਕਰ ਦਿੰਦਾ ਔਰ ਉਹਨੂੰ ਵੀ ਜ਼ਖਮੀ ਕਰ ਦਿੰਦਾ। ਉਸ ਤੋਂ ਬਾਅਦ ਇਹਦੀ ਜਿਹੜੀ ਨੂੰਹ ਆ ਹੁਮੈਰਾ ਜੀ ਦਾ ਨਾਮ ਆ, ਉਹ ਆਉਂਦੀ ਆ, ਉਹਨੂੰ ਵੀ ਇਹ ਮਾਰਦਾ। ਉਹ ਜਿਸ ਵੇਲੇ ਮਾਰਦਾ ਤੇ ਹੁਮੈਰਾ ਜਿਹੜੀ ਆ ਫਟਾਫਟ 2 ਬੱਚੀਆਂ ਜਿਹੜੀਆਂ ਉਹਨਾਂ ਨੂੰ ਚੁੱਕਦੀ ਆ ਤੇ ਚੁੱਕ ਕੇ ਤੇ ਅੰਦਰ ਲੈ ਜਾਂਦੀ ਆ। ਇਸ ਤਰ੍ਹਾਂ ਉਹ 2 ਬੱਚੀਆਂ ਜਿਹੜੀਆਂ ਉਹ ਬਚ ਜਾਂਦੀਆਂ। ਉਸ ਤੋਂ ਬਾਅਦ ਫਿਰ ਰੌਲਾ ਪੈ ਜਾਂਦਾ, ਆਂਢੀ ਗੁਆਂਢੀ ਸਾਰੇ ਇਕੱਠੇ ਹੋ ਜਾਂਦੇ ਨੇ, ਔਰ ਮੈਂ ਸੋਸ਼ਲ ਮੀਡੀਆ ਦੇ ਉੱਤੇ ਹੀ ਵੀਡੀਓ ਦੇਖ ਰਿਹਾ ਸੀ ਉਸ ਬਾਬੇ ਦੀ। ਮੈਂ ਸੋਸ਼ਲ ਮੀਡੀਆ ਦੇ ਉੱਤੇ ਦੇਖੀ ਜਿਸ ਵੇਲੇ ਉਸ ਬਾਬੇ ਦੀ ਵੀਡੀਓ, ਉਸ ਬਾਬੇ ਨੂੰ ਆਵਾਮ ਨੇ ਬੜਾ ਕੁੱਟਿਆ, ਔਰ ਇੱਕ ਬੰਦਾ ਗਾਲਾਂ ਕੱਢੀ ਜਾ ਰਿਹਾ ਸੀ, ਮਾਰੋ ਇਸ ਬਾਬੇ ਨੂੰ ਮਾਰੋ। ਤੇ ਇਸ ਤਰ੍ਹਾਂ ਉਸ ਬੰਦੇ ਨੂੰ ਚੰਗਾ ਮਾਰਿਆ। ਤੇ ਉਸ ਤੋਂ ਬਾਅਦ 15 ਤੇ ਕਾਲ ਹੁੰਦੀ ਆ, ਪੁਲਿਸ ਜਿਹੜੀ ਆ ਥਾਣਾ ਮਾਮੂ ਕਾਂਜਣ ਦੀ ਮੌਕੇ ਤੇ ਪਹੁੰਚ ਜਾਂਦੀ ਆ, ਔਰ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਤੇ ਲੈ ਕੇ ਜਾਇਆ ਜਾਂਦਾ। ਉਸ ਤੋਂ ਬਾਅਦ ਬੱਚਿਆਂ ਨੂੰ ਚੁੱਕਿਆ ਜਾਂਦਾ, ਉਹਦੀ ਪੋਸਟਮਾਰਟਮ ਰਿਪੋਰਟ ਵਾਸਤੇ ਹਸਪਤਾਲ ਲੈ ਕੇ ਜਾਇਆ ਜਾਂਦਾ, ਔਰ ਫਿਰ ਇੱਕ FIR ਦਰਜ ਕੀਤੀ ਜਾਂਦੀ ਆ ਜਿਹਦੀ ਮੁਦਈ ਇਹਦੀ ਸਕੀ बेगम आयशा बनती आ और आयशा की बदईयत दे विच वो FIR दर्ज की गई। हुण पुलिस जिहड़ी आ मौके ते पहुँच के और
ਟੈਕਨੀਕਲ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ। ਉਹਨਾਂ ਨੇ ਸ਼ਵਾਹਿਦ ਉੱਥੇ ਪਹੁੰਚ ਕੇ ਇਕੱਠੇ ਸਬੂਤ ਜਿਹੜੇ ਨੇ ਕਰਨੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਇਸ ਬਾਬੇ ਦਾ ਬਿਆਨ ਜਿਹੜਾ ਉਹ ਪੁਲਿਸ ਲਏਗੀ, ਪੁੱਛਿਆ ਜਾਏਗਾ ਕਿ ਕਿਉਂ ਮਾਰਿਆ, ਲੇਕਿਨ ਹਜੇ ਤੱਕ ਕੋਈ ਸਹੀ ਗੱਲਬਾਤ ਸਾਹਮਣੇ ਨਹੀਂ ਆਈ ਕਿ ਇਸ ਬਾਬੇ ਨੇ ਇਹਨਾਂ 2 ਫੁੱਲ ਮਾਸੂਮ ਬੱਚਿਆਂ ਨੂੰ, ਜਿਨ੍ਹਾਂ ਨੇ ਹਜੇ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਸੀ, ਪੜ੍ਹਨਾ ਸੀ, ਲਿਖਣਾ ਸੀ, ਜਵਾਨ ਹੋਣਾ ਸੀ, ਲੇਕਿਨ ਇਹਨਾਂ ਨੂੰ ਪਹਿਲਾਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇੱਕ ਦਿਲਖਰਾਸ਼ ਵਾਕਿਆ ਸੀ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਇਸ ਵਾਕਿਏ ਦੇ ਬਾਰੇ ਵਿੱਚ ਤੁਸੀਂ ਵੀ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ। ਅੱਲਾਹ ਤਾਲਾ ਬੁਰੇ ਵਕਤ ਤੋਂ ਬਚਾਵੇ। ਅਸਲਾਮੁ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹੂ।